Hello dear students, how are you? So our today's topic is electric field intensity due to plain sheet of charge. ਤਾਂ ਆਪਾਂ ਇੱਕ ਸ਼ੀਟ ਅਜ਼ਿਊਮ ਕਰ ਰਹੇ ਹਾਂ ਜਿਸ ਦੇ ਉੱਪਰ ਪੋਜ਼ਿਟਿਵ ਚਾਰਜ ਹੈ, ਤਾਂ ਇੱਥੇ ਆਪਾਂ ਸਪੈਸ਼ਲੀ ਥਿਨ ਸ਼ੀਟ ਅਜ਼ਿਊਮ ਕਰ ਰਹੇ ਹਾਂ। ਤਾਂ ਇਹ ਵੀ ਮੈਂਸ਼ਨ ਕੀਤਾ ਜਾ ਸਕਦਾ ਹੈ ਕਿ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਡਿਊ ਟੂ ਅ ਥਿਨ ਸ਼ੀਟ ਆਫ ਚਾਰਜ, ਇਨਫਾਈਨਾਈਟ ਥਿਨ ਸ਼ੀਟ ਆਫ ਚਾਰਜ। ਤਾਂ ਜਦੋਂ ਵੀ ਆਪਾਂ ਕੋਈ ਕੇਸ ਕੰਸੀਡਰ ਕਰਦੇ ਹਾਂ, ਜਿਸ ਤਰ੍ਹਾਂ ਕਿ ਆਪਾਂ ਵਾਇਰ ਦੀ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਕੈਲਕੂਲੇਟ ਕੀਤੀ ਸੀ, ਤਾਂ ਦੈਟ ਵਾਜ਼ ਇਨਫਾਈਨਾਈਟ ਲੌਂਗ ਵਾਇਰ। ਤੇ ਇਨ ਦ ਸੇਮ ਵੇ ਜਿਹੜੀ ਸ਼ੀਟ ਹੈ ਇਹ ਵੀ ਇੱਕ ਇਨਫਾਈਨਾਈਟ ਸ਼ੀਟ ਹੈ, ਥਿਨ ਸ਼ੀਟ ਹੈ। ਹੁਣ ਇਹਦੇ ਥਿਨ ਦਾ ਕੀ ਕਨਸੈਪਟ ਹੈ, ਪਹਿਲਾਂ ਆਪਾਂ ਨੂੰ ਇਹ ਸਮਝਣਾ ਪਏਗਾ ਕਿ ਜੇ ਸ਼ੀਟ ਥਿਕ ਹੈ, ਸ਼ੀਟ ਦੀ ਕੁਝ ਥਿਕਨੈਸ ਹੈ, ਤਾਂ ਉਹਦੇ ਦੋਨੋਂ ਸਾਈਡ 'ਤੇ ਸੈਪਰੇਟ ਚਾਰਜ ਹੋਏਗਾ ਕਿ ਇੱਕ ਸਾਈਡ 'ਤੇ ਜਿਹੜਾ ਚਾਰਜ ਹੈ ਉਹ ਦੂਸਰੀ ਸਾਈਡ 'ਤੇ ਪ੍ਰੈਜ਼ੈਂਟ ਨਹੀਂ ਹੋਏਗਾ। ਤਾਂ ਇੱਥੇ ਇਹ ਜਿਹੜੀ ਥਿਨ ਸ਼ੀਟ ਹੈ, ਤਾਂ ਜੋ ਮੈਂ ਚਾਰਜ ਸ਼ੋ ਕਰ ਰਿਹਾ ਉਹੀ ਚਾਰਜ ਦੋਨੋਂ ਸਾਈਡ 'ਤੇ ਅਪੀਅਰ ਹੋ ਰਿਹਾ। ਤਾਂ ਆਪਾਂ ਨੂੰ ਸੈਪਰੇਟ ਚਾਰਜ ਅਜ਼ਿਊਮ ਕਰਨ ਦੀ ਜ਼ਰੂਰਤ ਨਹੀਂ ਹੈ ਕਿ ਦੋਨੋਂ ਸਾਈਡ 'ਤੇ ਅਲੱਗ-ਅਲੱਗ ਚਾਰਜ ਹੈ। ਤਾਂ ਆਪਾਂ ਇੱਥੇ ਚਾਰਜ ਡੈਂਸਿਟੀ ਅਜ਼ਿਊਮ ਕਰ ਰਹੇ ਹਾਂ ਕਿ ਕੰਸੀਡਰ ਅ ਥਿਨ ਸ਼ੀਟ ਆਫ ਚਾਰਜ ਹੈਵਿੰਗ ਚਾਰਜ ਡੈਂਸਿਟੀ ਸਿਗਮਾ। ਜਦੋਂ ਵੀ ਆਪਣੇ ਕੋਲ ਇਨਫਾਈਨਾਈਟ ਸ਼ੀਟ ਹੋਵੇ, ਦੇਖੋ ਮੈਂ ਇਸ ਦੀਆਂ ਬਾਉਂਡਰੀਜ਼ ਕਲੀਅਰ ਸ਼ੋ ਨਹੀਂ ਕੀਤੀਆਂ ਕਿ ਇਸ ਦਾ ਮਤਲਬ ਇਸ ਦਾ ਸਾਈਜ਼ ਬਹੁਤ ਲਾਰਜ ਹੈ, ਠੀਕ ਹੈ। ਇਸ ਸਾਈਡ 'ਤੇ ਵੀ ਸਾਈਜ਼ ਲਾਰਜ ਹੋ ਸਕਦਾ ਹੈ। ਇਸ ਦੇ ਵਿੱਚ ਇਸ ਸਾਰੀ ਸ਼ੀਟ ਦੇ ਅਰਾਊਂਡ ਸਿਮੈਟਰੀਕਲ ਗੌਸੀਅਨ ਸਰਫੇਸ ਬਣਾਉਣਾ ਬਹੁਤ ਡਿਫਿਕਲਟ ਹੈ। ਤਾਂ ਆਪਾਂ ਇਸ ਦਾ ਇੱਕ ਪਾਰਟ ਅਜ਼ਿਊਮ ਕਰਦੇ ਹਾਂ, ਅਤੇ ਇਸ ਦਾ ਇੱਕ ਛੋਟਾ ਜਿਹਾ ਪਾਰਟ ਅਜ਼ਿਊਮ ਕਰਦੇ ਹਾਂ, ਉਸ ਦੇ ਅਰਾਊਂਡ ਗੌਸੀਅਨ ਸਰਫੇਸ ਡਰਾ ਕਰਦੇ ਹਾਂ। ਤਾਂ ਇਸ ਦੇ ਵਿੱਚ ਇੱਕ ਰਾਊਂਡ ਪੋਰਸ਼ਨ ਅਜ਼ਿਊਮ ਕਰਦੇ ਹਾਂ ਲਾਈਕ ਅ ਡਿਸਕ, ਤਾਂ ਉਹਦੇ ਅਰਾਊਂਡ ਇੱਕ ਸਿਮੈਟਰੀਕਲ ਗੌਸੀਅਨ ਸਰਫੇਸ ਡਰਾ ਕਰਦੇ ਹਾਂ। ਤੇ ਦੇਖੋ ਜੀ, ਗੌਸੀਅਨ ਸਰਫੇਸ ਹੈ, ਇਸ ਦੇ ਅਰਾਊਂਡ ਇਸ ਦੇ ਸੈਂਟਰ ਦੇ ਵਿੱਚ ਇੱਕ ਏਰੀਆ ਅਜ਼ਿਊਮ ਕਰਦੇ ਹਾਂ ਛੋਟਾ ਜਿਹਾ। ਇਹ ਏਰੀਆ DS ਹੈ। ਤਾਂ ਉਸ DS ਦੇ ਵਿੱਚੋਂ ਪਾਸਿੰਗ ਇੱਕ ਸਿਲੰਡਰ ਅਜ਼ਿਊਮ ਕਰਦੇ ਹਾਂ ਜੋ ਕਿ ਉਸ ਦੇ ਵਿੱਚੋਂ ਆਰ ਪਾਰ ਪਾਸ ਕਰ ਰਿਹਾ ਹੈ। ਤਾਂ ਇਹ ਜੋ ਸਿਲੰਡਰੀਕਲ ਸਰਫੇਸ ਹੈ ਇਹ ਆਪਣੀ ਕਲੋਜ਼ਡ ਗੌਸੀਅਨ ਸਰਫੇਸ ਹੈ। ਤਾਂ ਇਸ ਦੇ ਉੱਪਰ ਆਪਾਂ ਗੌਸ ਲਾਅ ਅਪਲਾਈ ਕਰਾਂਗੇ। ਜੋ ਇਹ ਏਰੀਆ ਹੈ ਇਹ DS ਹੈ, ਜੋ ਇਹ ਅਜ਼ਿਊਮ ਕਰ ਰਹੇ ਹਾਂ DS। ਤਾਂ ਇਹ ਵੀ ਏਰੀਆ ਜਿਹੜਾ ਉਹ DS ਹੈ, ਸਮੋਲ ਏਰੀਆ ਅਜ਼ਿਊਮ ਕਰ ਰਹੇ ਹਾਂ। ਤਾਂ ਇਹ ਵੀ ਏਰੀਆ ਜਿਹੜਾ ਉਹ DS ਹੈ। ਇਸ ਏਰੀਏ 'ਤੇ ਜੇ ਆਪਾਂ ਪਰਪੈਂਡੀਕੂਲਰ ਡਰਾ ਕਰਦੇ ਹਾਂ ਤਾਂ ਉਹ ਇਸ ਡਾਇਰੈਕਸ਼ਨ ਦੇ ਵਿੱਚ ਹੋਏਗਾ, ਠੀਕ ਹੈ। ਏਰੀਆ ਵੈਕਟਰ ਇਹਦੇ ਉੱਪਰ ਜੇ ਆਪਾਂ ਡਰਾ ਕਰਦੇ ਹਾਂ ਤਾਂ ਉਹ ਵੀ ਇਸ ਡਾਇਰੈਕਸ਼ਨ ਦੇ ਵਿੱਚ ਹੋਏਗਾ। ਇਹ ਸ਼ੀਟ ਇਸ ਤਰ੍ਹਾਂ ਪਈ ਹੋਈ ਹੈ ਜਿਸ ਤਰ੍ਹਾਂ ਕਿ ਇਹ ਸਕੇਲ ਹੈ। ਤਾਂ ਸ਼ੀਟ ਇੱਦਾਂ ਨਹੀਂ ਪਈ ਹੋਈ, ਸ਼ੀਟ ਇਸ ਤਰ੍ਹਾਂ ਪਈ ਹੈ। ਆਪਾਂ ਨੂੰ ਥੋੜ੍ਹਾ ਜਿਹਾ ਆਪਾਂ ਤੁਹਾਨੂੰ ਸਾਈਡ ਵਿਊ ਸ਼ੋ ਕਰ ਰਹੇ ਹਾਂ, ਜਿਸ ਤਰ੍ਹਾਂ ਕਿ ਕਰਦੇ ਹੁੰਦੇ ਹਾਂ ਕਿ ਸ਼ੀਟ ਇੱਦਾਂ ਪਈ ਹੋਈ ਹੈ। ਅਤੇ ਇਸ ਦੇ ਆਰ ਪਾਰ ਜਿਵੇਂ ਇਹ ਪੈਨ ਹੈ ਇਸ ਦੇ ਵਿੱਚੋਂ ਪਾਰ ਕਰ ਰਿਹਾ, ਠੀਕ ਹੈ। ਤਾਂ ਜਿਵੇਂ ਕਿ ਇਹ ਇਸ ਦੇ ਪਰਪੈਂਡੀਕੂਲਰ ਹੈ ਇਸ ਡਾਇਰੈਕਸ਼ਨ ਦੇ ਵਿੱਚ, ਇਸ ਦੀ ਲੈਂਥ ਜੋ ਹੈ। ਤਾਂ ਜੇ ਆਪਾਂ ਸ਼ੀਟ ਕਰਕੇ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਦੇਖਾਂਗੇ ਤਾਂ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਦੀ ਡਾਇਰੈਕਸ਼ਨ ਕਿਸ ਪਾਸੇ ਹੋਏਗੀ ਸ਼ੀਟ ਕਰਕੇ, ਤਾਂ ਇਸ ਸ਼ੀਟ ਦੇ ਉੱਪਰ ਪੋਜ਼ਿਟਿਵ ਚਾਰਜ ਹੈ ਤਾਂ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਦੀ ਡਾਇਰੈਕਸ਼ਨ ਵੀ ਅਵੇ ਹੋਏਗੀ। ਤਾਂ ਜੇ ਆਪਾਂ ਇੱਥੇ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਦੱਸਦੇ ਹਾਂ ਤਾਂ ਉਹ ਵੀ ਇਸ ਪਾਸੇ ਹੋਏਗੀ। ਅਤੇ ਜੇ ਆਪਾਂ ਲੈਫਟ ਸਾਈਡ 'ਤੇ ਫਾਈਂਡ ਕਰਦੇ ਹਾਂ ਤਾਂ ਉਹਦੀ ਡਾਇਰੈਕਸ਼ਨ ਵੀ ਇਸ ਸਾਈਡ 'ਤੇ ਹੋਏਗੀ ਜੀ, E ਦੀ। ਹੁਣ E ਦੀ ਡਾਇਰੈਕਸ਼ਨ ਅਤੇ DS ਦੀ ਡਾਇਰੈਕਸ਼ਨ ਸੇਮ ਹੈ। ਤਾਂ ਇਸ ਡਾਇਗਰਾਮ ਦੇ ਵਿੱਚ E ਦੀ ਅਤੇ DS ਦੀ ਡਾਇਰੈਕਸ਼ਨ ਸੇਮ ਹੈ। ਜੋ E ਦੀ ਡਾਇਰੈਕਸ਼ਨ ਹੈ ਉਹੀ DS ਦੀ ਡਾਇਰੈਕਸ਼ਨ ਹੈ। ਇਸ ਸਾਈਡ 'ਤੇ ਵੀ ਜੋ E ਦੀ ਡਾਇਰੈਕਸ਼ਨ ਹੈ ਉਹੀ DS ਦੀ ਡਾਇਰੈਕਸ਼ਨ ਹੈ। ਪਰ ਜੇ ਆਪਾਂ ਸਿਲੰਡਰ ਦੇ ਵਿੱਚ ਤਿੰਨ ਸਰਫੇਸਿਸ ਹੁੰਦੀਆਂ, ਦੋ ਤਾਂ ਸਰਕੂਲਰ ਸਰਫੇਸਿਸ ਹੋ ਗਈਆਂ, ਇੱਕ ਕਰਵਡ ਸਰਫੇਸ ਹੋ ਗਈ। ਜੇ ਆਪਾਂ ਕਰਵਡ ਸਰਫੇਸ ਦੇ ਉੱਪਰ ਕਿਸੇ ਵੀ ਜਗ੍ਹਾ 'ਤੇ ਕੋਈ ਏਰੀਆ ਅਜ਼ਿਊਮ ਕਰਦੇ ਹਾਂ, ਸਪੋਜ਼ ਕਰੋ ਜੀ ਇੱਥੇ ਇਹ ਏਰੀਆ ਅਜ਼ਿਊਮ ਕੀਤਾ, ਅਤੇ ਜੇ ਇਹਦੇ ਉੱਪਰ ਆਪਾਂ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਦੇਖਦੇ ਹਾਂ, ਇਹਦਾ ਏਰੀਆ ਇਸ ਸਾਈਡ 'ਤੇ ਹੈ ਕਰਵਡ ਸਰਫੇਸ ਦਾ, ਅਤੇ ਇਹਦੇ ਉੱਪਰ ਜੋ ਵੈਕਟਰ ਹੈ DS ਉਹ ਪਰਪੈਂਡੀਕੂਲਰ ਹੋਏਗਾ ਸਰਫੇਸ ਦੇ, ਅਤੇ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਜੋ ਹੈ ਸ਼ੀਟ ਕਰਕੇ ਉਹ ਅਵੇ ਹੋਏਗੀ। ਤਾਂ ਜਿਹੜੀ ਕਰਵਡ ਸਰਫੇਸ ਹੈ ਉਹਦੇ ਵਿੱਚ E ਅਤੇ DS ਦੇ ਵਿੱਚ ਐਂਗਲ ਜਿਹੜਾ ਹੈ ਉਹ 90 ਡਿਗਰੀ ਬਣੇਗਾ। ਤਾਂ ਇਸ ਦੀ ਕੰਟਰੀਬਿਊਸ਼ਨ ਸਾਰੀ ਕਰਵਡ ਸਰਫੇਸ ਦੀ ਉਹ 0 ਹੋ ਜਾਏਗੀ, ਠੀਕ ਹੈ। ਜਿਸ ਤਰ੍ਹਾਂ ਕਿ ਇਹ ਸਿਲੰਡਰ ਹੈ, ਮਤਲਬ ਦੋਨੋਂ ਸਾਈਡਸ 'ਤੇ ਸਰਕੂਲਰ ਸਰਫੇਸਿਸ ਹੈ ਅਤੇ ਸੈਂਟਰ ਦੇ ਵਿੱਚ ਜਿਹੜੀ ਇਹ ਕਰਵਡ ਸਰਫੇਸ ਹੈ। ਤਾਂ ਇੱਕ ਕਲੋਜ਼ ਸਰਫੇਸ ਨੂੰ ਆਪਾਂ ਤਿੰਨ ਹਿੱਸਿਆਂ ਦੇ ਵਿੱਚ ਬ੍ਰੇਕ ਕਰਾਂਗੇ, ਠੀਕ ਹੈ। ਯੂਜ਼ਿੰਗ ਗੌਸ ਲਾ, ਟੋਟਲ ਫਲਕਸ ਹੋਏਗੀ ਜੀ ਕਲੋਜ਼ਡ ਇੰਟੀਗ੍ਰੇਸ਼ਨ ਆਫ E ਡੋਟ DS ਇਜ਼ ਇਕੁਅਲ ਟੂ ਟੋਟਲ ਚਾਰਜ ਡਿਵਾਈਡਡ ਬਾਏ ਐਪਸਾਈਲਨ ਨੋਟ। ਆਪਾਂ ਇੱਥੋਂ ਹੀ ਸ਼ੁਰੂ ਕਰਦੇ ਹਾਂ ਜੀ ਸਾਰੇ ਆਰਟੀਕਲ।
ਹੁਣ ਜਦੋਂ ਇਹ ਸਰਫੇਸ ਹੈ ਜੀ ਕਲੋਜ਼ਡ, ਇਹਨੂੰ ਆਪਾਂ ਤਿੰਨ ਹਿੱਸਿਆਂ 'ਚ ਬ੍ਰੇਕ ਕਰ ਲਿਆ, 1 2 ਤੇ ਬਾਕੀ ਜਿਹੜੀ ਹੈ ਕਰਵਡ ਸਰਫੇਸ ਸਿਲੰਡਰ ਦੀ। ਤੇ ਇੱਥੇ ਆਪਾਂ ਮੈਂਸ਼ਨ ਕਰਾਂਗੇ ਕਿ ਕੰਟਰੀਬਿਊਸ਼ਨ ਟੂ ਫਲਕਸ ਡਿਊ ਟੂ curved surface is 0 because E is perpendicular to ds। E ds ਦੇ perpendicular ਹੈ, ਜਿਸ ਤਰ੍ਹਾਂ ਕਿ ਇਹ ਦਿਖਾਈ ਦੇ ਰਿਹਾ। ਤੇ ਜਿਹੜੀਆਂ ਇਹ ਸਰਫੇਸਿਸ ਹੈ ਇਹਦੇ ਵਿੱਚ ਜਿਹੜੀ ਫਲਕਸ ਦੀ ਕੰਟਰੀਬਿਊਸ਼ਨ ਹੈ, E ਤੇ ds ਦੋਨੋਂ ਸੇਮ ਡਾਇਰੈਕਸ਼ਨ 'ਚ ਹੈ, ਤਾਂ E ds ਕੀ ਬਣੇਗਾ cos 0, तो इधर भी की बनेगा E ds cos 0। तो ये दो जी सर्कुलर सरफेसिस है, इन दोनों की टोटल कितनी हो जाएगी जी, E ds तो E ds दोनों आउटवर्ड है, ठीक है। तो पहली सरफेस की E ds प्लस दूसरी सरफेस की E ds दोनों का cos 0 1 हो गया। तो किस दे इक्वल हो गया, जिन्ना चार्ज है इस सरफेस के इनसाइड, चार्ज डिवाइडेड बाय एप्सिलॉन नॉट। तो हुण इस सरफेस दे विच चार्ज कितना है, वो चार्ज डेंसिटी तो कैलकुलेट होएगा। चार्ज डेंसिटी की है जी सिग्मा, सिग्मा किस दे इक्वल होंदी है, चार्ज डिवाइडेड बाय सरफेस एरिया। तो इत्थे चार्ज आपां क्यू लै रहे हैं, डिवाइडेड बाय सरफेस एरिया कितना लै रहे हैं ds। तो क्यू किस दे इक्वल हो जाएगा सिग्मा ds। तो ये हो जाएगा जी 2 E ds, क्यू की वैल्यू पुट करांगे सिग्मा ds डिवाइडेड बाय एप्सिलॉन नॉट। तुहानूं दस्सिया सी ना मैं कि किहड़ा आपां क्यू पुट करना हुंदा है, जो चार्ज क्लोज्ड सरफेस के इनसाइड है। आपां सारी शीट का चार्ज पुट नहीं करना कि सारी शीट से कितना चार्ज है। एक तो आप जो कह ही रहे हैं कि इनफाइनाइट शीट ऑफ चार्ज है, सिर्फ वही चार्ज लेना होंदा जो इस दे इनसाइड है। वो चार्ज आप क्यों एज्यूम किया है, तो उन्होंने आप फाइंड किया फ्रॉम सरफेस चार्ज डेंसिटी, तो उनकी वैल्यू कितनी आ गई सिग्मा ds। ds तो ds दोनों साइड तो हो जाएगा कैंसल, तो E की वैल्यू कितनी आ जाएगी 2 डिवाइड हो जाएगा, E की वैल्यू बन जाएगी सिग्मा डिवाइडेड बाय 2 एप्सिलॉन नॉट। तो ये अपने को एक रिजल्ट है जो इलैक्ट्रिक फील्ड इंटेंसिटी का है ड्यू टू इनफाइनाइट प्लेन शीट ऑफ चार्ज, थिन शीट ऑफ चार्ज। तो इस रिजल्ट के एक बहुत ही इंपॉर्टेंट गल नज़र आ रही होएगी कि इस रिजल्ट के R नहीं आ रहा कि जो शीट इनफाइनाइट है तो उसकी जी इलैक्ट्रिक फील्ड इंटेंसिटी है दैट इज़ इंडिपेंडेंट ऑफ डिस्टेंस। तो शीट तो जिन्ने मर्जी डिस्टेंस से कैलकुलेट करो, इलैक्ट्रिक फील्ड इंटेंसिटी विल रिमेन सेम फॉर थिन प्लेन इनफाइनाइट शीट ऑफ चार्ज। E is independent of R। This is very important result, एक डिफरेंट रिजल्ट है। तो हुण आपां जे दो शीट्स पैरल रख दीए तो फिर की होएगा, लेट अस डू दैट। तो आप दो शीट्स कंसिडर कर रहे हैं जी, इत्थे देखो पैरल है, दोनों के उपर पॉजिटिव चार्ज है, तो दोनों की चार्ज डेंसिटीज जिहड़ियां वो सिग्मा 1 ते सिग्मा 2 है। हुण रिजल्ट का पता कितना ही होया, देखो जी इलैक्ट्रिक फील्ड इंटेंसिटी आपको पता है कि शीट करके कितनी होएगी। अब पिछले केस दे विच कीती है कि E इज इक्वल टू सिग्मा डिवाइडेड बाय 2 एप्सिलॉन नॉट है। तो आप इस शीट करके किते भी पता करते हैं, सपोज करो फस्ट शीट की इलैक्ट्रिक फील्ड इंटेंसिटी E1 है, जे आप इत्थे पता करांगे या इत्थे पता करांगे या इत्थे पता करांगे तो इलैक्ट्रिक फील्ड इंटेंसिटी जिहड़ी है मैगनीट्यूड दे विच सेम होएगी। तो आप देखो फस्ट शीट की फाइंड करते हैं, तो सपोज करो जी आप इत्थे फाइंड करते हैं फस्ट शीट की इस पॉइंट पे। तो शीट तो फस्ट शीट की मैं गल कर रहा, नोट करो। तो फस्ट शीट की की होएगी जी इस तो अवे, इत्थे किवें पता करांगे अवे, इत्थे किवें पता करांगे जी अवे। तो एरो होएगा जी शीट तो अवे, ठीक है जी। इसनों आपां E1 लिखांगे। जे आपां सैकेंड शीट की पता करनी है तो सैकेंड शीट की की होएगी, सैकेंड शीट की सैकेंड शीट तो अवे होएगी। जे आप इत्थे पता करनी है तो टूवर्ड्स राइट होएगी, जे आप इत्थे पता करनी है जी वो टूवर्ड्स लैफ्ट होएगी इस शीट तो अवे, ठीक है। इत्थे पता करनी है तो अवे होएगी, मतलब तो इस शीट तो अवे, इस शीट तो अवे। तो
तो हुण देखो जी, जे आपां इलैक्ट्रिक फील्ड इंटैंसिटी इत्थे 3 अपने कोले रीजनस बन जाते हैं एट द लैफ्ट ऑफ द 2 शीट्स, इन बिटवीन 2 शीट्स एंड राइट ऑफ 2 शीट्स। तो इसनों आपां ए बी सी भी कह सकते हैं कि रीजन ए इन बिटवीन शीट्स मतलब रीजन बी एंड राइट ऑफ द शीट्स इज रीजन सी। तो ये पोर्शन के इलैक्ट्रिक फील्ड इंटैंसिटी कितनी होएगी, तो आप इतने साइन कन्वेंशन बनाने कि जी टूवर्ड्स राइट उन्होंने पॉजिटिव अज्यूम कर लें, टूवर्ड्स लैफ्ट है उन्होंने नैगेटिव अज्यूम कर लें, तो रिजल्टेंट फाइंड कर लाँगे। ठीक है, तो इलैक्ट्रिक फील्ड इंटैंसिटी, ठीक है जी, आप डायरैक्शनस अज्यूम कर लिया, राइट वाली पॉजिटिव तो लैफ्ट वाली नैगेटिव। जे पर रीजन ए दे विच फाइंड करनी है नैट इलैक्ट्रिक फील्ड इंटैंसिटी, तो वो कितनी होएगी एट द लैफ्ट ऑफ 2 शीट्स, तो ई ए कितनी हो जाएगी, ई ए हो जाएगी जी -E1 -E2। ठीक है, तो ई कितना है, ई अपन पता है जी, ई इज इक्वल टू सिग्मा डिवाइडेड बाय 2 एप्सिलॉन नॉट है इलैक्ट्रिक फील्ड इंटैंसिटी ड्यू टू शीट्स। तो आंसर कितना आ जाएगा फिर -σ1 डिवाइडेड बाय 2 एप्सिलॉन नॉट -σ2 डिवाइडेड बाय 2 एप्सिलॉन नॉट ई ए। इन द रीजन बी कितनी हो जाएगी, ई बी हो जाएगी जी, देखो E1 टूवर्ड्स राइट है तो E2 टूवर्ड्स लेफ्ट है, तो ये हो जाएगी E1 पॉजिटिव होएगी, E1 -E2, तो ये हो जाएगी जी σ1 डिवाइडेड बाय 2 एप्सिलॉन नॉट -σ2 डिवाइडेड बाय 2 एप्सिलॉन नॉट, तो ये बी हो जाएगी। तो इन द रीजन सी कितनी हो जाएगी जी, तीसरे रीजन सी की है शीट्स, दोनों शीट्स के राइट साइड पे। ठीक है, तो दोनों शीट्स के राइट साइड पे दोनों टूवर्ड्स राइट है तो दोनों ऐड हो जाएंगे, तो ई सी कितनी हो जाएगी, E1 + E2, E1 की वैल्यू सिग्मा डिवाइडेड बाय 2 एप्सिलॉन नॉट प्लस σ2 डिवाइडेड बाय 2 एप्सिलॉन नॉट, तो ई सी हो जाएगा। ठीक है जी, तो इसमें नंबर 1 नंबर 2 तो नंबर 3 आप दे दें। हुण आप एक स्पैशल केस करते हैं जी, बहुत ही स्पैशल केस है। तो वो स्पैशल केस की है, देखो वो स्पैशल केस है, मतलब जे एक शीट ते जी फस्ट शीट है जे σ1 अपने कोले +σ हो जाए, मतलब पॉजिटिव चार्ज है, तो σ2 जड़ा वो -σ हो जाए, मतलब दोनों ते चार्ज डेंसिटी इक्वल है, बट एक ते पॉजिटिव चार्ज है तो एक ते नैगेटिव चार्ज है। ठीक है, तो फिर की होएगा, फिर आप इन्होंने रिजल्ट्स दे विच पुट करते हैं। देखो σ1 की जगह तो आप +σ पुट करांगे, तो σ2 की जगह तो -σ पुट करांगे, तो माइनस माइनस प्लस हो जाएगा, तो ये हो जाएगा जी सिग्मा डिवाइडेड बाय 2 एप्सिलॉन नॉट तो प्लस -σ डिवाइडेड बाय 2 एप्सिलॉन नॉट प्लस σ डिवाइडेड बाय 2 एप्सिलॉन नॉट, तो फिर ई ए की हो जाएगा 0। ठीक है, इत्थे हो जाएगा जी सिग्मा डिवाइडेड बाय 2 एप्सिलॉन नॉट, σ2 ਨੂੰ -σ लवांगे तो भी प्लस हो जाएगा, तो सिग्मा बाय 2 एप्सिलॉन नॉट तो सिग्मा बाय 2 एप्सिलॉन नॉट ऐड होकर बन जाएंगे सिग्मा बाय एप्सिलॉन नॉट, तो ई बी कितना हो जाएगा, ई बी हो जाएगा जी सिग्मा डिवाइडेड बाय एप्सिलॉन नॉट। तो ई सी σ1 ਨੂੰ ਆਪਾਂ सिग्मा ਲੈਣਾ, σ2 ਨੂੰ ਆਪਾਂ -σ ਲੈਣਾ है, तो सिग्मा डिवाइडेड बाय 2 एप्सिलॉन नॉट -σ डिवाइडेड बाय 2 एप्सिलॉन नॉट ये भी 0 हो जाएगा, तो ई सी की हो जाएगा, ये भी 0 हो जाएगा जी। मतलब इधर तो इधर इंटेंसिटी 0 हो जाएगी जो चार्ज ऑपोजिट है, तो इत्थे इलैक्ट्रिक फील्ड इंटेंसिटी सिर्फ बचेगी जी कितनी आएगी जी सिग्मा डिवाइडेड बाय एप्सिलॉन नॉट। तो आई होप कि तुहानू समझ लग गया होएगा। इफ यू हैव एनी प्रॉब्लम यू कैन आस्क मी। सो ऑल द बेस्ट, हैव अ नाइस डे।